ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਵੇਲਾ ਹੁੰਦਾ ਆ ਖਬਰ ਤੇ ਨਜ਼ਰ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਦੇ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਗੱਲਬਾਤ ਕਰਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋਜ਼ੇ ਤੋਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਅਸੀਂ ਗੱਲ ਕਰਦੇ ਹਾਂ ਜਥੇਦਾਰ ਦੀ, ਗੁਰਬਚਨ ਸਿੰਘ ਦੀ, ਜਿਸ ਨੂੰ ਲਾਂਭੇ ਕਰਨ ਦੀਆਂ ਪੂਰੀਆਂ ਤਿਆਰੀਆਂ, ਸ਼ਗਨ ਵਿਹਾਰ ਹੋ ਰਹੇ ਆ, ਪਰ ਜਥੇਦਾਰ ਗੁਰਬਚਨ ਸਿੰਘ ਆਏ ਵੇ ਉੱਥੋਂ। ਬਿਲਕੁਲ ਜੀ, ਇਹ ਦਬਾਓ ਲਗਾਤਾਰ ਜਿਹੜਾ ਜੀ ਉਹ ਵੱਧ ਰਿਹਾ ਇਸ ਮਾਮਲੇ ਦੇ ਉੱਤੇ। ਜਦੋਂ ਤੋਂ ਵਿਧਾਨ ਸਭਾ ਦੇ ਵਿੱਚ ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਜਥੇਦਾਰ ਦੇ ਪੋਤੜੇ ਜਿਹੜੇ ਉਹ ਫਰੋਲੇ ਆ ਕਿ ਉਹਦੀ ਕਿੰਨੀ ਜਾਇਦਾਦ ਉਹਨੇ ਬਣਾਈ ਹੋਈ ਆ, ਕਿਵੇਂ ਇੱਕ ਮੰਜੇ ਦੇ ਉੱਤੇ ਕੰਘੇ ਰੱਖ ਕੇ ਵੇਚਣ ਵਾਲਾ ਵਿਅਕਤੀ ਕਰੋੜ ਰੁਪਈਏ ਦੀਆਂ ਗੱਡੀਆਂ ਦਾ ਮਾਲਕ ਬਣ ਬੈਠਾ, ਤੇ ਜਿਹੜੀਆਂ ਕੋਠੀਆਂ ਨੇ ਉਹਦੇ ਗੇਟ ਰਿਮੋਟ ਦੇ ਨਾਲ ਖੁੱਲਣ ਵਾਲੇ ਲਾਤੇ, ਤੇ 3 ਸਟਾਰ ਹੋਟਲ ਜਿਹੜਾ ਜੀ ਉਹ ਬਣਾ ਲਿਆ। ਤਾਂ ਉਦੋਂ ਬਾਅਦ ਇਹ ਦਬਾਓ ਜਿਹੜਾ ਜੀ ਉਹ ਲਗਾਤਾਰ ਵੱਧ ਰਿਹਾ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵੀ ਜਿਹੜੀ ਹੈ ਜੀ ਇਹ ਗੱਲ ਆਖੀ ਆ ਕਿ ਜਿਹੜਾ ਜਥੇਦਾਰ ਹੈ ਉਹਨੂੰ ਅਸਤੀਫਾ ਆਪਣੇ ਅਹੁਦੇ ਤੋਂ ਆਪ ਹੀ ਦੇ ਦੇਣਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਫਿਰ ਇੱਕ ਵਾਰੀ ਜਿਹੜਾ ਜੀ ਹੱਲਾ ਬੋਲਿਆ ਔਰ ਇਹ ਗੱਲ ਕਹੀ ਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੈਤਿਕ ਆਧਾਰ ਦੇ ਉੱਤੇ ਅਸਤੀਫਾ ਜਿਹੜਾ ਜੀ ਉਹ ਦੇਣ। ਇੱਥੇ ਜਿਹੜੇ ਕੁਛ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਲਗਾਤਾਰ ਜਿਹੜਾ ਜੀ ਉਹ ਦਬਾਓ ਬਣਾਉਣਾ ਜਿਹੜਾ ਉਹ ਸ਼ੁਰੂ ਕੀਤਾ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਜੀ ਉਹਨੇ ਵੀ, ਮਨਜੀਤ ਸਿੰਘ ਭੋਮਾ ਇਹਦਾ ਜਿਹੜਾ ਗਰੁੱਪ ਆ, ਇਹਨਾਂ ਨੇ ਸਾਰੇ ਗਰੁੱਪ ਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਕਾਰਬਨ ਕਾਪੀ ਬਣ ਚੁੱਕਾ ਹੈ। 5 ਸਿੰਘ ਸਾਹਿਬਾਨ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਨੂੰ ਖਤਮ ਜਿਹੜਾ ਉਹ ਕਰਨ ਦੇ ਉੱਤੇ ਤੁਲੇ ਹੋਏ ਨੇ। ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਲ ਦੇ ਵਿੱਚ ਅਕਾਲੀ ਦਲ ਬਾਦਲ ਜਿਹੜਾ ਜੀ ਉਹਦੇ ਉੱਤੇ ਦਬਾਓ ਚੁਫੇਰਿਓ ਜਿਹੜਾ ਇਹ ਪੈ ਰਿਹਾ ਕਿ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਹੈ ਗਿਆਨੀ ਗੁਰਬਚਨ ਸਿੰਘ, ਉਹਨੂੰ ਉਹਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇ। ਇਹ ਵੀ ਕੁਝ ਕਿਆਸ ਰਾਈਆਂ ਜਿਹੜੀਆਂ ਦੀ ਉਹ ਲਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਅਕਾਲੀ ਦਲ ਗੁਰਬਚਨ ਸਿੰਘ ਹੋਰਾਂ ਨੂੰ ਲਾਂਭੇ ਕਰਕੇ ਜਿਹੜਾ ਜੀ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕਰੂਗਾ। ਇਹ ਕਹਿ ਕੇ ਕਿ ਦੇਖੋ ਜਥੇਦਾਰ ਕੰਟਰੋਵਰਸ਼ੀਅਲ ਸੀ, ਉਹਨੇ ਹੁਕਮਨਾਮਾ ਜਾਰੀ ਕੀਤਾ ਸੀ, ਮੁੜ ਕੇ ਵਾਪਸ ਲੈ ਲਿਆ ਸੀ, ਅਸੀਂ ਉਹਨੂੰ ਜਿਹੜਾ ਜੀ ਉਹ ਹਟਾ ਦਿੱਤਾ। ਹੁਣ ਸਵਾਲ ਇਹ ਆ, ਹੁਕਮਨਾਮਾ ਕਿਹਨੇ ਜਾਰੀ ਕਰਵਾਇਆ, ਕਿਹਨੇ ਵਾਪਸ ਲਿਆ, ਉਹ ਸਾਰੀ ਕਹਾਣੀ, ਸਾਰੀ ਪੋਲ ਜਿਹੜੀ ਜੀ ਉਹ ਸਾਹਮਣੇ ਆ ਚੁੱਕੀ ਹੋਈ ਆ। ਵੇਖਣਾ ਇਹੀ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਕੀ ਅਕਾਲ ਤਖ਼ਤ ਦੇ ਜਥੇਦਾਰ ਦੀ ਲਈ ਗਈ ਬਲੀ ਜਿਹੜੀ ਆ ਉਹ, ਉਹਦੇ ਅਹੁਦੇ ਦੀ ਲਈ ਗਈ ਬਲੀ ਜਿਹੜੀ ਆ ਉਹ ਕਿਸੇ ਪਾਸੇ ਤੋਂ ਅਕਾਲੀ ਦਲ ਬਾਦਲ ਨੂੰ ਕੋਈ ਰਾਹਤ ਜਿਹੜੀ ਜੀ ਉਹ ਪ੍ਰੋਵਾਈਡ ਕਰਦੀ ਹੈ ਜਾਂ ਨਹੀਂ। ਬਿਲਕੁਲ ਜੀ, ਲਾਂਭੇ ਤਾਂ ਉਹਨੂੰ ਕਰਨਗੇ, ਲੋਕਾਂ ਨੂੰ ਠੰਡਿਆਂ ਕਰਨ ਲਈ, ਪਰ ਜਿਹੜੀ ਬਾਕੀ ਅੰਦਰੋਂ ਇੱਥੇ ਕੀ ਹੁੰਦਾ ਉਹਦਾ ਨਹੀਂ ਪਤਾ। ਤੇ ਆਪਾਂ HS ਫੂਲਕਾ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਸਤੀਫੇ ਵਾਲਾ ਦਬਾਓ ਬਣਾ ਕੇ ਰੱਖੂੰਗਾ। ਇਸ ਜਦੋਂ ਤੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ 15 ਦਿਨਾਂ ਦੇ ਵਿੱਚ ਉਹ ਅਸਤੀਫਾ ਦੇ ਦੇਣਗੇ। ਜੇ 15 ਦਿਨਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜਿਹੜੇ ਸਾਬਕਾ ਪੁਲਿਸ ਦੇ ਮੁਖੀ ਸੁਮੇਧ ਸਿੰਘ ਸੈਣੀ ਹੋਰਾਂ ਦੇ ਖਿਲਾਫ ਕੋਈ ਕਾਰਵਾਈ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਨਹੀਂ ਹੁੰਦੀ ਤਾਂ ਅਕਾਲੀ ਦਲ ਦੇ ਦਫ਼ਤਰੋਂ ਜਿਹੜਾ ਜੀ ਚੀਮਾ ਸਾਹਿਬ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਕਹੀ ਆ ਕਿ ਫੂਲਕਾ ਸਾਹਿਬ ਦੱਸਣ ਕਿ ਕਿਹੜੇ ਜਿਹੜੀਆਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ। ਵੈਸੇ ਇਹ ਬੜੀ ਹਾਸੋਹੀਣੀ ਦੀ ਗੱਲ ਹੈ ਕਿ ਇੱਕ ਸੁਪਰੀਮ ਕੋਰਟ ਦੇ ਵਕੀਲ ਨੂੰ ਤੁਸੀਂ ਪੁੱਛ ਰਹੇ ਹੋ ਕਿ ਕਿਹੜੀਆਂ ਧਾਰਾਵਾਂ, ਜੇ ਧਾਰਾਵਾਂ ਦੱਸ ਦਿੱਤੀਆਂ ਫਿਰ ਮੰਨਣੀਆਂ ਨਹੀਂ। ਉਹਨਾਂ ਨੇ ਆਪਣੀ ਜਿਹੜੀ ਦੀ ਉਹ ਗੱਲ ਕਹੀ ਹੈ ਤਾਂ ਜਿਹੜੇ ਫੂਲਕਾ ਸਾਹਿਬ ਨੇ ਉਹਨਾਂ ਨੇ 5 ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਉਹ ਵੀ ਅਸਤੀਫਾ ਦੇਣ ਜੇ 15 ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ। ਬੇਸ਼ੱਕ ਉਹਨਾਂ ਨੇ ਇਹਨੂੰ ਕੱਟਣ ਦੀ ਜਿਹੜੀ ਦੀ ਕੋਸ਼ਿਸ਼ ਕੀਤੀ ਆ, ਇਹ ਕਹਿ ਕੇ ਕਿ ਇਉਂ ਧਮਕੀਆਂ ਦੇ ਨਾਲ ਕਾਨੂੰਨੀ ਕਾਰਵਾਈਆਂ ਜਿਹੜੀਆਂ ਦੀ ਉਹ ਨਹੀਂ ਅੰਜਾਮ ਦਿੱਤੀਆਂ ਜਾ ਸਕਦੀਆਂ। ਇਹ ਗੱਲ ਉਹਨਾਂ ਨੇ ਕਹਿਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ।
ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਬਾਗੀ ਧੜੇ ਵਿਚਲੇ ਇੱਕ ਕੰਵਰ ਸੰਧੂ ਹੋਰਾਂ ਨੇ ਜਿਹੜੀ ਵੀ ਇਹ ਗੱਲ ਕਹੀ ਆ ਕਿ ਫੂਲਕਾ ਸਾਹਿਬ ਨੂੰ ਇਉਂ ਅਸਤੀਫੇ ਦੀ ਜਿਹੜੀ ਧਮਕੀ ਆ ਉਹ ਨਹੀਂ ਦੇਣੀ ਚਾਹੀਦੀ, ਅਸਤੀਫਾ ਦੇ ਕੇ ਗੱਲ ਜਿਹੜੀ ਉਹ ਨਹੀਂ ਬਣਨੀ। ਆਮ ਆਦਮੀ ਪਾਰਟੀ ਦਾ ਜਿਹੜਾ ਹਾਈ ਕਮਾਂਡ ਵਾਲਾ ਧੜਾ ਹੈ ਉਹਦੇ ਵਿਚਲੇ ਜਿਹੜੇ ਆਗੂ ਨੇ ਭਗਵੰਤ ਮਾਨ ਹੋਰੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਫੂਲਕਾ ਸਾਹਿਬ ਨੂੰ ਅਸਤੀਫੇ ਤੋਂ ਜਿਹੜਾ ਜੀ ਉਹ ਮਨਾ ਲੈਣਗੇ, ਕਿਉਂ ਅਸਤੀਫਾ ਜਿਹੜਾ ਜੀ ਉਹ ਨਾ ਦਿੱਤਾ ਜਾਵੇ। ਪਰ ਫੂਲਕਾ ਸਾਹਿਬ ਕਹਿੰਦੇ ਆ ਮੈਂ ਆਪਣੀ ਗੱਲ ਦੇ ਉੱਤੇ ਕਾਇਮ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਕਾਂਗਰਸ ਹੈ ਤੇ ਉਹਦੀ ਹਾਈ ਕਮਾਂਡ ਜਿਹੜੀ ਆ ਉਹ ਇਹ ਨਹੀਂ ਚਾਹੁੰਦੀ ਕਿ ਜਿਹੜੀ ਇਹ ਰਿਪੋਰਟ ਆਈ ਆ ਇਹਦੇ ਉੱਤੇ ਕੋਈ ਕਾਰਵਾਈ ਹੋ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇ ਉਹ ਚੁੱਪ ਹੋ ਗਏ ਤਾਂ ਕਾਂਗਰਸੀਆਂ ਨੇ ਇਸ ਮੁੱਦੇ ਨੂੰ ਠੰਡੇ ਬਸਤੇ ਦੇ ਵਿੱਚ ਪਾ ਦੇਣਾ ਤੇ ਉਹ ਇਸ ਤਰ੍ਹਾਂ ਹੋਣ ਨਹੀਂ ਦੇਣਗੇ। ਉਹਨਾਂ ਕਿਹਾ ਕਿ ਬੇਅਦਬੀ ਵਾਲੇ ਮਾਮਲੇ ਜਿਹੜੇ ਵੀ ਬਹੁਤ ਸੈਂਸਿਟਿਵ ਮਾਮਲੇ ਨੇ, ਇਸ ਕਰਕੇ ਉਹ ਇਸ ਮਾਮਲੇ ਦੇ ਉੱਤੇ ਦ੍ਰਿੜ ਨੇ ਕਿ ਉਹ ਜਿਹੜੇ ਦੋਸ਼ੀ ਠਹਿਰਾਏ ਗਏ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਾਸਤੇ ਹਰ ਸੰਭਵ ਜਿਹੜੀ ਆ ਉਹ ਕੋਸ਼ਿਸ਼ ਕਰਨਗੇ। ਉਹਨਾਂ ਨੇ ਕਿਹਾ ਕਿ ਜਿਹੜੇ ਕਾਂਗਰਸ ਦੇ 5 ਮੰਤਰੀਆਂ ਨੇ ਵਿਧਾਨ ਸਭਾ ਦੇ ਵਿੱਚ ਬਿਆਨ ਕਿਸੇ ਕਾਨੂੰਨੀ ਸਲਾਹ ਦੇ ਉੱਤੇ ਜਿਹੜਾ ਜੀ ਉਹ ਦਿੱਤਾ ਹੋਊਗਾ ਕਿ ਸਜ਼ਾ ਜਿਹੜੀ ਜੀ ਉਹ ਦਿਵਾਉਣਗੇ। ਉਹ ਕਹਿੰਦੇ ਹੁਣ ਇਸੇ ਕਾਨੂੰਨ ਦੇ ਤਹਿਤ ਇਹ ਜਿਹੜਾ ਮਾਮਲਾ ਗਾਂਹ ਤੁਰਨਾ ਚਾਹੀਦਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਵਿਧਾਨ ਸਭਾ ਦੇ ਵਿੱਚ 7 ਘੰਟੇ ਤੋਂ ਉੱਪਰ ਚੱਲੀ ਬਹਿਸ ਦੇ ਵਿੱਚ ਇਹ ਗੱਲ ਹੋ ਗਈ ਸੀ, ਇਹ ਮਾਮਲਾ ਜਿਹੜਾ ਜੀ ਪੂਰਾ ਸਿਖਰ ਦੇ ਉੱਤੇ ਚਲੇ ਗਿਆ ਸੀਗਾ ਕਿ ਇਸ ਮਸਲੇ ਦੇ ਉੱਤੇ ਜਿਹੜੇ ਵੀ ਦੋਸ਼ੀ ਕਿਹੜੇ ਨੇ, ਫਿਰ ਇਹਨੂੰ ਇਹ ਕਹਿ ਕੇ ਕਿਉਂ ਛੱਡ ਦਿੱਤਾ ਗਿਆ ਕਿ SIT ਜਿਹੜੀ ਹੈ ਜੀ ਉਹ ਬਣੂਗੀ। ਉਹ ਕਹਿੰਦੇ ਕਿ ਉੱਥੇ ਹੀ ਐਲਾਨ ਕੀਤਾ ਜਾਣਾ ਚਾਹੀਦਾ ਸੀ ਕਿ ਫਲਾਂ ਬੰਦੇ ਦੋਸ਼ੀ ਆ, ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਜੀ। ਇਹ ਤਾਂ ਦੇਖਦੇ ਆ ਵੀ ਕੀ ਆ, ਪਰ ਹੈ ਨਾ ਹੁਣ ਵੀ ਜਿਸ ਤਰ੍ਹਾਂ ਰੈਲੀ ਕਰੀ ਜਾਂਦੇ ਆ, ਉਧਰ ਪੁਤਲਾ ਹੋਈ ਜਾਂਦੇ ਤੇ ਇੱਦਾਂ ਅਸਤੀਫਾ ਹੀ ਹੋਈ ਜਾਵੇ। ਆਉਣ ਵਾਲੇ ਟਾਈਮ ਦਾ ਪਤਾ ਕੋਈ ਨੀਗਾ। ਤੇ ਅੱਗੇ ਆਪਾਂ ਇੱਕ ਅਕਾਲੀ ਆਗੂ ਤੇ ਉਸਦੀ ਪਤਨੀ ਦਾ ਗੱਲ ਕਰਦੇ, ਸੰਗਰੂਰ ਦੇ ਵਿੱਚ ਉਹਨਾਂ ਦਾ ਕਤਲ ਹੋਇਆ। ਬਿਲਕੁਲ ਜੀ, ਇਹ ਐਕਚੁਅਲੀ ਅਕਾਲੀ ਸਮਰਥਕ ਸੀਗਾ ਜੀ। ਇਹ ਢੀਂਸਾ ਪਰਿਵਾਰ ਦੇ ਜਿਹੜਾ ਜੀ ਕਰੀਬੀ ਦੱਸਿਆ ਜਾ ਰਿਹਾ। ਸਾਬਕਾ ਕਾਂਗਰਸੀ ਨਗਰ ਕੌਂਸਲਰ ਸਣੇ 4 ਜਣਿਆਂ ਦੇ ਖਿਲਾਫ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਹੋਇਆ। ਇਹ ਜਿਹੜਾ ਮਾਰਿਆ ਗਿਆ ਜਿਹੜਾ ਕਪਲ ਸੀਗਾ ਜੀ, ਇਹਨਾਂ ਦਾ 6 ਸਾਲ ਦਾ ਤੇ 4 ਸਾਲ ਦੇ ਬੱਚੇ ਸੀਗੇ। ਇਹ ਦੱਸਿਆ ਗਿਆ ਕਿ ਇਹ ਅਸਲ ਦੇ ਵਿੱਚ ਚਰਨਜੀਤ ਗਰਗ ਜਿਹੜਾ ਚਿੜੀ ਦੇ ਨਾਮ ਦੇ ਨਾਲ ਮਸ਼ਹੂਰ ਸੀਗਾ, 40 ਸਾਲਾਂ ਦਾ। ਇਹਦਾ ਜੱਦੀ ਪਿੰਡ ਉੱਭਾਵਾਲ ਹੈ ਤੇ ਹੁਣ ਇਹ ਸੰਗਰੂਰ ਦੇ ਵਿੱਚ ਜਿਹੜਾ ਉਹ ਰਹਿੰਦਾ ਸੀਗਾ। ਆਪਣੀ ਚਰਨਜੀਤ ਜਿਹੜਾ ਸੀਗਾ ਜੀ ਉਹ ਆਪਣੀ ਪਤਨੀ ਪੂਜਾ ਦੇ ਨਾਲ ਰਾਤ ਦੇ ਸਮੇਂ ਕੋਈ 11 ਵਜੇ ਦੇ ਕਰੀਬ ਸ਼ਹਿਰ ਦੇ ਵੱਲ ਜਦੋਂ ਗਿਆ ਤਾਂ ਸਰਕਾਰੀ ਰਣਬੀਰ ਕਾਲਜ ਰੋਡ ਦੇ ਉੱਤੇ ਉਹਦੇ ਉੱਤੇ ਕੁਝ ਬੰਦਿਆਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ, ਬਾਅਦ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ। ਔਰ ਉਹਨੇ ਆਪਣੇ ਜਦੋਂ ਇੱਥੇ ਹਮਲਾ ਹੋਇਆ ਤਾਂ ਉਹਨੇ ਆਪਣੇ ਭਰਾ ਨੂੰ ਜਿਹੜਾ ਸੀਗਾ ਜੀ ਉਹ ਫੋਨ ਕੀਤਾ ਕਿ ਸਾਨੂੰ ਕੁਝ ਬੰਦਿਆਂ ਨੇ ਇੱਥੇ ਜਿਹੜਾ ਜੀ ਘੇਰ ਲਿਆ। ਉਹਦਾ ਭਰਾ ਕਹਿੰਦਾ ਜਿੰਨੀ ਦੇਰ ਨੂੰ ਉਹ ਉੱਥੇ ਗਏ ਆ ਕਾਲਜ ਰੋਡ ਦੇ ਉੱਤੇ ਤੇ ਉਨੀ ਦੇਰ ਨੂੰ ਉੱਥੇ ਜਿਹੜਾ ਜੀ ਇਹਨਾਂ ਦੋਨਾਂ ਨੂੰ ਗੋਲੀ ਮਾਰ ਦਿੱਤਾ ਸੀਗਾ। ਤੇ ਉਹਦੇ ਭਰਾ ਚਰਨਜੀਤ ਦੀ ਕਾਰ ਜਿਹੜੀ ਜੀ ਉਹ ਖੜੀ ਸੀ, ਜਿੱਥੇ ਕਿ ਇਹ ਦੋਵੇਂ ਲਾਸ਼ਾਂ ਜਿਹੜੀਆਂ ਖੂਨ ਦੇ ਨਾਲ ਲੱਥਪੱਥ ਪਈਆਂ ਸੀਗੀਆਂ। ਇਹ ਬਾਲਵੀਕ ਚੌਂਕ ਵੱਲ ਨੂੰ ਭੱਜੇ ਦੱਸੇ ਜਾਂਦੇ ਆ ਜਿਹੜੇ ਹਮਲਾਵਰ ਸੀਗੇ। ਔਰ ਇਸੇ ਉਹਦੇ ਭਰਾ ਨੇ ਦੋਸ਼ ਜਿਹੜਾ ਜੀ ਲਾਇਆ ਤੇ ਇਹਦਾ ਕਤਲ ਜਿਹੜਾ ਜੀ ਉੱਥੇ ਕੁਝ ਕਾਂਗਰਸੀ ਜਿਹੜੇ ਨੇ ਜੀ ਉਹਨਾਂ ਨੇ ਕੀਤਾ ਦੱਸਿਆ ਜਾਂਦਾ ਹੈ, ਕਿਉਂਕਿ ਚਰਨਜੀਤ ਨੇ ਜੱਸੀ ਤੇ ਪ੍ਰਦੀਪ ਤੋਂ ਕੋਈ ਪੈਸੇ ਜਿਹੜੇ ਜੀ ਉਹ ਲੈਣੇ ਸੀਗੇ ਜੋ ਇਹਦੇ ਦੱਸਿਆ ਜੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਪੁਲਿਸ ਨੇ ਦਰਜ ਕਰ ਲਿਆ। ਅਜੇ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਗ੍ਰਿਫਤਾਰ ਹੋਣ ਤੋਂ ਬਾਅਦ ਹੀ ਪੁਲਿਸ ਜਿਹੜੀ ਜੀ ਉਹ ਖੁਲਾਸਾ ਕਰੂਗੀ ਕਿ ਕੀ ਜਿਹੜੇ ਇਸ ਪਰਿਵਾਰ ਦੇ ਵੱਲੋਂ ਦੱਸੇ ਜਾ ਰਹੇ ਵਿਅਕਤੀ ਉਹਨਾਂ ਨੇ ਕਤਲ ਕੀਤਾ ਜਾਂ ਇਹ ਕਤਲ ਕਰਵਾਇਆ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋਇਆ। ਪੁਲਿਸ ਜਿਹੜੀ ਹੈ ਜੀ ਨੇੜੇ ਲੱਗੇ CCTV ਕੈਮਰੇ ਉਹਨਾਂ ਨੂੰ ਵੀ ਖੰਗਾਲਣ ਦੇ ਉੱਤੇ ਲੱਗੀ ਹੋਈ ਜੀ। ਬਿਲਕੁਲ, ਫਿਰ ਉਹ ਇਹ ਕਹਿ ਦਿੱਤਾ ਜਾਊਗਾ ਅਣਪਛਾਤੇ ਆ। ਤੇ ਅੱਗੇ ਗੱਲ ਕਰਦੇ ਆ ਜੀ, ਜਿਹੜੇ ਅਕਾਲੀ ਲੀਡਰ ਆ ਰਿਪੋਰਟ ਤੋਂ ਬਾਅਦ ਧਾਰਮਿਕ ਸਟੇਜਾਂ ਤੋਂ ਗਾਇਬ ਆ, ਉਧਰ ਨੂੰ ਜਾਣ ਨੂੰ ਇਹਨਾਂ ਦੀ ਰੂਹ ਨਹੀਂ ਕਰ ਰਹੀ। ਬਿਲਕੁਲ ਜੀ, ਇਸ ਵੇਲੇ ਕਿਉਂਕਿ ਜੇ ਇਹ ਦੇਖਿਆ ਜਾਵੇ ਤਾਂ ਇੱਕ ਪਾਸੜ ਜਿਹੜਾ ਜੀ ਉਹ ਕਾਬਜ਼ ਰਿਹਾ ਅਕਾਲੀ ਦਲ ਬਾਦਲ, ਕਿਉਂਕਿ ਕਿਹਾ ਜਾਂਦਾ ਹੈ ਕਿ ਉਸੇ ਅਕਾਲੀ ਦਲ ਦਾ ਜਿਹੜਾ ਜੀ ਉਹ ਕਬਜ਼ਾ ਸਮਝਿਆ ਜਾਂਦਾ ਪੰਜਾਬ ਦੀ ਸਿਆਸਤ ਤੇ, ਜਿਹਦੇ ਹੇਠਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਜਿਉਂ ਚਾਹੇ ਅੱਜ ਕੱਲ੍ਹ ਜਿਹੜੀਆਂ ਇੰਟਰਵਿਊਜ਼ ਆ ਰਹੀਆਂ ਨੇ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰੀ ਜ਼ਿਕਰ ਕਰਦੇ ਆ
ਕਿ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਦੋਂ ਪਿਛਲੀ ਸਰਕਾਰ ਸੀ ਕੈਪਟਨ ਸਾਹਿਬ ਦੀ, ਉਦੋਂ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਕਹਿੰਦੇ ਸਾਨੂੰ ਮੈਂਬਰ ਬਾਲਾਸਰ ਲਿਜਾਣੇ ਪਏ, ਉੱਥੋਂ ਜਹਾਜ਼ ਤੇ ਲਿਆਉਣੇ ਪਏ। ਉਹ ਹਾਲਾਂਕਿ ਇਹ ਚੀਜ਼ ਲੁਕਾਉਂਦੇ ਆ ਕਿ ਉਹ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਲਾਂਭੇ ਕਰਨ ਦੇ ਵਾਸਤੇ ਉਹਨਾਂ ਦੇ ਵੱਲੋਂ ਯਤਨ ਜਿਹੜੇ ਆ ਜੀ ਉਹ ਕੀਤੇ ਗਏ ਸੀਗੇ, ਜਿਹਦੇ ਵਿੱਚ ਉਹ ਸਫਲ ਵੀ ਰਹੇ, ਕਿਉਂਕਿ ਉਹਨਾਂ ਨੂੰ ਸ਼ਾਇਦ ਪਤਾ ਸੀਗਾ ਕਿ ਗੁਰਚਰਨ ਸਿੰਘ ਦੇ ਟੌਹੜਾ ਹੋਰੀ ਜਿਹੜੇ ਨੇ ਉਹਨਾਂ ਦੇ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪੈਂਠ ਹੈ, ਉਨੀ ਦੇਰ ਤੱਕ ਉਹਨਾਂ ਨੂੰ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਹਨਾਂ ਦਾ ਕਬਜ਼ਾ ਜਿਹੜਾ ਜੀ ਉਹ ਹਿਲਾਇਆ ਨਹੀਂ ਜਾ ਸਕਦਾ। ਤੇ ਉਹਨਾਂ ਨੇ ਇਸੇ ਕਰਕੇ ਇਹ ਸਾਰਾ ਕੁਛ ਜਿਹੜਾ ਜੀ ਉਹ ਕੀਤਾ ਸੀਗਾ ਉਦੋਂ ਜਦੋਂ ਬਾਲਾਸਰ ਲਗਾਏ ਨੇ ਸਾਰਾ ਕੁਛ। ਪਰ ਅੱਜ ਹਾਲਾਤ ਜਿਹੜੇ ਆ ਜੀ ਐਸੇ ਬਣ ਗਏ ਆ ਕਿ ਨਾ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਬਲਕਿ ਅਕਾਲੀ ਲੀਡਰਸ਼ਿਪ ਜਾਂ ਇਹ ਕਹ ਲਓ ਕਿ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਘਿਰ ਗਿਆ। ਧਾਰਮਿਕ ਜਿਹੜਾ ਉਹਦਾ ਪਲੇਟਫਾਰਮ ਹੈ ਉਹਦੇ ਉੱਤੇ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ, ਕੋਟਕਪੂਰਾ, ਬਰਗਾੜੀ, ਬਾਈਬਲ ਕਲਾਂ ਗੋਲੀ ਕਾਂਡ, ਇਹਦੇ ਉੱਤੇ ਜਿਹੜਾ ਜੀ ਡੇ ਬਾਈ ਡੇ ਉਹਦੇ ਉੱਤੇ ਸਵਾਲ ਖੜੇ ਹੋ ਰਹੇ ਆ। ਜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਉਹਨਾਂ ਦੇ ਆਪਣੀ ਚੈਨਲ ਦੇ ਉੱਤੇ ਕਿਸੇ ਨੇ ਇੰਟਰਵਿਊ ਜਿਹੜੀ ਆ ਜੀ ਦੇਖੀ ਆ ਤੇ ਉਹ ਇਹ ਗੱਲ ਕਹਿੰਦੇ ਆ ਕਿ ਜੀ ਬਾਈਬਲ ਕਲਾਂ ਕਾਂਡ ਦੀ ਤਾਂ ਗੱਲ ਹੀ ਨਹੀਂ ਸੀ ਹੋਈ, ਉਹਦਾ ਤਾਂ ਪਤਾ ਹੀ ਨਹੀਂ ਕੁਛ, ਗੱਲ ਤਾਂ ਕੋਟਕਪੂਰਾ ਗੋਲੀ ਕਾਂਡ ਦੀ ਹੋਈ ਸੀ। ਇੱਕ ਚੀਜ਼ ਉਹ ਐਕਸੈਪਟ ਕਰਦੇ ਆ ਕਿ ਉਹਨਾਂ ਦੀ ਰਾਤ DGP ਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਆ ਜੀ ਉਹ ਹੋਈ ਆ। ਹੁਣ ਗੱਲਬਾਤ ਕੀ ਹੋਈ ਆ ਇਹਦਾ ਖੁਲਾਸਾ ਨਹੀਂ ਉਹ ਜਿਹੜਾ ਜੀ ਕਰਦੇ ਕਿ ਕੀ ਗੱਲ ਸੀਗੀ, ਕੀ ਉਹਨਾਂ ਨੇ ਉਹਨੂੰ ਜਿਹੜੀਆਂ ਦੀ ਹਦਾਇਤਾਂ ਕੀਤੀਆਂ। ਉਹ ਕਹਿੰਦੇ ਮੈਂ ਤਾਂ ਇਹ ਕਿਹਾ ਸੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲੋ। ਇਹ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਕਿ ਪਿਛਲੇ ਦਿਨਾਂ ਤੋਂ ਕਹਿ ਰਹੇ ਸੀ ਕਿ ਉਹ ਬਿਮਾਰ ਨੇ, ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਜੀ ਉਹ ਉੱਠ ਕੇ ਵੀ ਤੁਰ ਪਏ ਤੇ ਕਹਿੰਦੇ ਮੈਂ ਜਿਹੜਾ ਜੀ ਉਹ ਠੀਕ ਆ। ਵੈਸੇ ਇਹਨੂੰ ਇੰਟਰਵਿਊ ਤਾਂ ਨਹੀਂ ਕਿਹਾ ਜਾ ਸਕਦਾ, ਜਿਹੜੀ ਤੁਸੀਂ ਇਹ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਸੈੱਟ ਪਹਿਲਾਂ ਪ੍ਰੀ ਸੈੱਟ ਜਿਹੜੀ ਹੁੰਦੀ ਆ ਕਿ ਕਿਹੜੇ ਕਿਹੜੇ ਸਵਾਲ ਉਹਦੇ ਵਿੱਚ ਕਰਨੇ ਨੇ। ਹਾਂ, ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਜਵਾਬ ਜਿਹੜੇ ਜੀ ਉਹ ਦੇਣ, ਉਹਦੇ ਵਿੱਚੋਂ ਬਹੁਤ ਕੁਝ ਜਿਹੜਾ ਜੀ ਉਹ ਨਿਕਲ ਸਕਦਾ। ਇਸ ਮਸਲੇ ਦੇ ਉੱਤੇ ਚਫੇਰੇ ਤੋਂ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਘਿਰ ਰਿਹਾ ਧਾਰਮਿਕ ਪੁਆਇੰਟ ਆਫ ਵਿਊ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਜੀ ਉਹ ਲੈ ਕੇ। ਜਿਹੜੇ ਕੁਛ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਿ ਰਹੀਆਂ ਨੇ ਕਿ ਉਹ ਬਾਦਲ ਦਲ ਨੂੰ ਸਮਰਥਨ ਦੇਣਾ ਜਿਹੜਾ ਜੀ ਉਹ ਬੰਦ ਕਰਨ। ਇਸ ਵੇਲੇ ਜਿਹੜਾ ਡਰ ਬਣਿਆ ਹੋਇਆ ਹੈ ਉਹ ਇਸ ਚੀਜ਼ ਦਾ ਬਣਿਆ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿਤੇ ਬਗਾਵਤ ਦਾ ਸਾਹਮਣਾ ਜਿਹੜਾ ਜੀ ਉਹ ਨਾ ਕਰਨਾ ਪਏ। ਹਾਲਾਂਕਿ ਖਬਰ ਜਿਹੜੀ ਹੈ ਜੀ ਉਹ ਦਬਲੀ ਗਈ, ਪਰ ਇਹ ਖਬਰ ਜਿਹੜੀ ਹੈ ਜੀ ਉਹ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਰੂਰ ਫੈਲੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਜਿਹੜੇ ਵੱਖ-ਵੱਖ ਕੀਰਤਨੀਏ ਨੇ ਉਹਨਾਂ ਦੇ ਵੱਲੋਂ ਵੀ ਇੱਕ ਰੋਸ ਮਾਰਚ ਜਿਹੜਾ ਕੱਢਿਆ ਗਿਆ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਾਸਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵੱਲੋਂ ਜਿਹੜਾ ਜੀ ਸਿੱਧੀ ਉਂਗਲ ਜਿਨ੍ਹਾਂ ਵੱਲ ਕੀਤੀ ਗਈ ਆ ਉਹਨਾਂ ਦਾ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਵੇ। ਸੰਭਾਵੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਆ ਸਕਦੀਆਂ ਨੇ, ਜਿਹਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਧੜਾ ਹੈ ਜੀ ਉਹ ਇਸ ਗੱਲੋਂ ਫਿਕਰਮੰਦ ਹੈ ਕਿ ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਨੇ, ਜੇ ਇੱਦਾਂ ਦੇ ਬਣੇ ਰਹੇ ਤਾਂ ਫਿਰ ਉਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਗਾਂਹ ਤੁਰ ਸਕਣਗੇ, ਜਾਂ ਅੱਗੋਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਉੱਤੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹਨਾਂ ਦਾ ਕਬਜ਼ਾ ਰਹੂਗਾ। ਸੋ ਨਾ ਸਿਰਫ ਸਿਆਸੀ ਬਲਕਿ ਧਾਰਮਿਕ ਤੌਰ ਦੇ ਉੱਤੇ ਵੀ ਇੱਕ ਵੱਡਾ ਚੈਲੰਜ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਜਿਹੜਾ ਉਹ ਖੜਾ ਹੋ ਗਿਆ। ਉਧਰ ਬਰਗਾੜੀ ਦੇ ਵਿੱਚ ਜਿਹੜਾ ਲੋਕ ਬੈਠੇ ਆ ਉਹਨਾਂ ਦੇ ਮੋਰਚੇ ਦੇ ਵਿੱਚ ਵੀ ਡੇ ਬਾਈ ਡੇ ਜਿਹੜੀ ਵੱਧ ਰਹੀ ਗਿਣਤੀ ਆ ਉਹ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਧੜੇ ਦੇ ਵਾਸਤੇ ਇੱਕ ਚੁਣੌਤੀ ਜਿਹੜੀ ਉਹ ਬਣਦੀ ਜਾ ਰਹੀ ਹੈ। ਬਿਲਕੁਲ ਜੀ, ਕੋਈ ਨਾ ਕੋਈ ਰਾਹ ਰਸਤਾ ਲੱਭ ਲੈਣਗੇ, ਜਿਸ ਤਰ੍ਹਾਂ ਉਹ ਪੁਰਾਣੇ ਸੰਦ ਕੱਢ ਕੇ ਮੋਹਰੇ ਕੀਤੇ ਹੋ ਢੀਂਡਸੇ ਹੋਣੀ ਗੱਲਾਂ ਬਾਤਾਂ ਕਰਨ ਲਈ। ਤਾਂ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਕਿ ਜਿਹੜੀ ਪੰਜਾਬ ਦੀ ਇਕਾਈ ਆ, ਪੰਜਾਬ ਦੇ ਲੋਕ ਹੈਗੇ ਉਹ ਸੁਖਪਾਲ ਖਹਿਰਾ ਦੇ ਉੱਤੇ ਕਾਰਵਾਈ ਕਰਨ ਲਈ ਕਾਹਲੇ ਆ, ਪਰ ਇਹਨਾਂ ਦੀ ਹਾਈ ਕਮਾਂਡ ਚੁੱਪ ਆ। ਸਾਡੀ ਜਿਹੜੀ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਾਸਤੇ ਜਿਹੜੀ ਮੀਟਿੰਗ ਬੁਲਾਈ ਸੀ, ਇਹ ਕਿਹਾ ਜਾ ਰਿਹਾ ਜੇ ਡਿਸਟ੍ਰਿਕਟ ਪ੍ਰਧਾਨ ਤੇ ਬਾਕੀ ਸਾਰੇ ਸ਼ਾਮਲ ਸੀਗੇ, ਉਹਦੇ ਵਿੱਚ ਇਹ ਗੱਲ ਇਹ ਪੁਆਇੰਟ ਜਿਹੜਾ ਜੀ ਉਹ ਉੱਭਰਦਾ ਰਿਹਾ ਕਿ ਹਾਈ ਕਮਾਂਡ ਜਿਹੜੀ ਆ ਉਹ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਉਹ ਕਰੇ। ਔਰ ਜਿਹੜੀ ਮੀਟਿੰਗ ਸੀ ਇਹਦੇ ਵਿੱਚ ਇਹ ਗੱਲ ਚੱਲਦੀ ਰਹੀ
ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਤਾਂ ਕਿ ਜਿਹੜੇ ਵਾਲੰਟੀਅਰ ਨੇ ਉਹਨਾਂ ਦੇ ਵਿੱਚ ਭਰਮ ਭੁਲੇਖੇ ਜਿਹੜੇ ਨੇ ਉਹ ਦੂਰ ਹੋ ਸਕਣ। ਇਹ ਕਿਹਾ ਜਾ ਰਿਹਾ ਹੈ ਕਿ ਦੋਨੋਂ ਧੜੇ, ਚਾਹੇ ਉਹ ਹਾਈ ਕਮਾਂਡ ਵਾਲਾ ਧੜਾ ਹੈ ਤੇ ਚਾਹੇ ਉਹ ਬਾਗੀਆਂ ਵਾਲਾ ਧੜਾ ਹੈ, ਉਹ ਟੈਕਨੀਕਲੀ ਔਰ ਕਾਨੂੰਨ ਨੂੰ ਜਿਹੜਾ ਜੀ ਉਹਨੂੰ ਸਾਹਮਣੇ ਰੱਖ ਕੇ ਬਿਆਨਬਾਜ਼ੀ ਤੇ ਸਾਰੀਆਂ ਆਪਣੀਆਂ ਸਰਗਰਮੀਆਂ ਜਿਹੜੀਆਂ ਉਹ ਵਧਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਜਿਹੜੀ ਹੈ ਜੀ ਉਹ ਇਹ ਸਮਝਦੀ ਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਹੋਰਾਂ ਦੇ ਵਾਂਗੂ ਡਿਸਮਿਸ ਜਿਹੜਾ ਜੀ ਉਹ ਪਾਰਟੀ ਦੇ ਵਿੱਚੋਂ ਕਰਨ ਦੇ ਰੌਂ ਦੇ ਵਿੱਚ ਅਜੇ ਜਿਹੜਾ ਉਹ ਨਹੀਂ ਆ। ਹਾਈ ਕਮਾਂਡ ਤੇ ਪੰਜਾਬ ਦੀ ਲੀਡਰਸ਼ਿਪ ਜਿੱਥੇ ਕਿਸੇ ਵੀ ਕਾਰਵਾਈ ਦੇ ਲਈ ਤਕਨੀਕੀ ਨੁਕਤਿਆਂ ਦਾ ਖਿਆਲ ਰੱਖ ਰਹੀ ਹੈ, ਉੱਥੇ ਬਾਗੀ ਧੜਾ ਉਹ ਵੀ ਕਾਨੂੰਨੀ ਪੱਖਾਂ ਨੂੰ ਸਾਹਮਣੇ ਰੱਖ ਕੇ ਜਿਹੜਾ ਜੀ ਉਹ ਚੱਲ ਰਿਹਾ। ਦੋਵੇਂ ਤਰ੍ਹਾਂ ਇਸ ਰੌਂ ਦੇ ਵਿੱਚ ਪਹੁੰਚ ਗਈਆਂ ਹੋਈਆਂ ਨੇ ਤੇ ਜਿੱਥੇ ਏਕੇ ਦੇ ਆਸਾਰ ਤਾਂ ਲਗਭਗ ਜਿਹੜੇ ਆ ਜੀ ਉਹ ਸਮਾਪਤ ਹੁੰਦੇ ਜਾ ਰਹੇ ਆ। ਪਰ ਇਹਨਾਂ ਜ਼ਰੂਰ ਇਹ ਕਿਹਾ ਜਾ ਰਿਹਾ ਹੈ ਕਿ ਦੋਨਾਂ ਧੜਿਆਂ ਦੇ ਵਿਚਾਲੇ ਜਿਹੋ ਜਿਹੀ ਖਿੱਚਤ ਹੋਈ ਹੈ ਉਹਦੇ 'ਚ ਜ਼ਰੂਰ ਲੱਗਦਾ ਹੈ ਕਿ ਕੁਝ ਚਿਹਰੇ ਇੱਧਰ ਉੱਧਰ ਜਿਹੜੇ ਜ਼ਰੂਰ ਹੋ ਸਕਦੇ ਆ, ਕੁਝ ਇੱਧਰ ਆ ਸਕਦੇ, ਕੁਝ ਉੱਧਰ ਜਿਹੜੇ ਆ ਜੀ ਉਹ ਜਾ ਸਕਦੇ ਆ। ਉੱਧਰ ਚਾਹੇ ਤੁਸੀਂ ਹਾਈ ਕਮਾਂਡ ਨੂੰ ਗਿਣ ਲਓ ਤੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਨੂੰ ਜਿਹੜਾ ਜੀ ਉਹ ਗਿਣ ਲਓ। ਜਿਹੜੀ ਹਾਈ ਕਮਾਂਡ ਹੈ ਜਿੱਥੇ ਉਹਨੇ ਜਿਹੜੀ ਆ ਪਾਰਟੀ ਦੀਆਂ ਰੈਲੀਆਂ ਨੇ ਉਹਨੂੰ ਆਧਾਰ ਬਣਾਇਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਨੂੰ ਜਵਾਬ ਦੇਣ ਦੇ ਵਾਸਤੇ, ਉੱਥੇ ਖਹਿਰਾ ਧੜਾ ਜਿਹੜਾ ਹੈ ਜੀ ਉਹ ਵਲੰਟੀਅਰ ਮੀਟਿੰਗ ਦੇ ਨਾਂ ਦੇ ਹੇਠ ਆਪਣੀਆਂ ਸਰਗਰਮੀਆਂ ਜਿਹੜੀਆਂ ਦੀ ਉਹ ਚਲਾ ਰਿਹਾ। ਉਹ ਕਿਤੇ ਵੀ ਬਾਗੀਆਨਾ ਸੁਰਾਂ ਜਿਹੜੀਆਂ ਦੀ ਉਹ ਲਿਮਟਡ ਰੱਖ ਕੇ ਚਲਾ ਰਿਹਾ ਤਾਂ ਕਿ ਪਾਰਟੀ ਦੀ ਜਿਹੜੀ ਹੋਣ ਵਾਲੀ ਕੋਈ ਸੰਭਾਵੀ ਕਾਰਵਾਈ ਹੈ ਉਹਨੂੰ ਛੇਤੀ ਮੌਕਾ ਜਿਹੜਾ ਜੀ ਉਹ ਨਾ ਦਿੱਤਾ ਜਾਵੇ। ਉਹਨਾਂ ਨੂੰ ਲੱਗਦਾ ਹੈ ਕਿ ਜਿੰਨੀ ਦੇਰ ਲੱਗੂਗੀ ਓਨੇ ਦੇ ਦੌਰਾਨ ਉਹ ਆਪਣਾ ਧੜਾ ਜਿਹੜਾ ਜੀ ਉਹਨੂੰ ਸਟਰੋਂਗ ਕਰ ਸਕਦੇ ਆ। ਸੋ ਇਹ ਜਿਹੜਾ ਖੋਰਾ ਹੈ ਉਹ ਲੱਗਦਾ ਆਮ ਆਦਮੀ ਪਾਰਟੀ ਨੂੰ ਰਿਹਾ ਜੀ, ਚਾਹੇ ਉਹ ਹਾਈ ਕਮਾਂਡ ਵਾਲਾ ਧੜਾ ਹੈ ਤੇ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲਾ ਧੜਾ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਇਸ ਵਾਰੀ ਤਿੰਨੇ ਪਾਰਟੀਆਂ ਮੇਨ ਜਿਹੜੀਆਂ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਐਲਾਨ ਇਹ ਕੀਤਾ ਕਿ ਇਹ ਚੋਣਾਂ ਉਹ ਆਪੋ ਆਪਣੇ ਪਾਰਟੀ ਦੇ ਚੋਣ ਨਿਸ਼ਾਨ ਤੇ ਲੜਨਗੇ। ਹੁਣ ਜਿਹੜੀਆਂ ਪਾਰਟੀ ਨੇ ਟਿਕਟਾਂ ਦੇਣੀਆਂ, ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਦਊਗੀ ਜੀ ਜਿਹੜੇ ਹਾਈ ਕਮਾਂਡ ਵਾਲਾ ਧੜਾ, ਕਿਉਂਕਿ ਚੋਣ ਨਿਸ਼ਾਨ ਉਹਨਾਂ ਦੇ ਕੋਲੇ ਹੈ। ਜੇ ਬਾਗੀ ਧੜਾ ਆਪਣੇ ਉਮੀਦਵਾਰ ਖੜੇ ਕਰਦਾ ਤਾਂ ਉਹਨੂੰ ਇਹ ਚੋਣ ਨਿਸ਼ਾਨ ਜਿਹੜਾ ਝਾੜੂ ਆ ਉਹ ਨਹੀਂ ਮਿਲੂਗਾ। ਜੇ ਉਹ ਨਵੇਂ ਚੋਣ ਨਿਸ਼ਾਨ ਦੇ ਉੱਤੇ ਜਿਹੜੀਆਂ ਇਹ ਲੜਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਉਸ ਮਾਮਲੇ ਦੇ ਵਿੱਚ ਕੁਝ ਬਹੁਤਾ ਕੁਝ ਜਿਹੜਾ ਜੀ ਉਹ ਪੱਲੇ ਨਹੀਂ ਪਊਗਾ। ਉਂਝ ਵੈਸੇ ਪੱਲੇ ਜਿਹੜੀਆਂ ਵਿਰੋਧੀ ਧਿਰਾਂ ਹੁੰਦਾ ਉਹਨਾਂ ਦੇ ਬਹੁਤਾ ਨਹੀਂ ਪੈਂਦਾ ਹੁੰਦਾ, ਚਾਹੇ ਉਹ ਸਰਪੰਚੀ ਦੀਆਂ ਚੋਣਾਂ ਨੇ, ਜ਼ਿਲ੍ਹਾ ਪ੍ਰੀਸ਼ਦ ਦੀਆਂ ਨੇ, ਨਿਗਮ ਦੀਆਂ ਚੋਣਾਂ ਨੇ, ਮਿਊਨਿਸਪੈਲਿਟੀ ਦੀਆਂ ਚੋਣਾਂ ਨੇ, ਕਿਉਂਕਿ ਜਿਹੜੀ ਧਿਰ ਸੱਤਾਧਾਰੀ ਹੁੰਦੀ ਆ ਅਕਸਰ ਬਹੁਤੀਆਂ ਜਿਹੜੀਆਂ ਇਹ ਚੋਣਾਂ ਨੇ ਉਹਦੀ ਝੋਲੀ ਦੇ ਵਿੱਚ ਹੀ ਪੈਂਦੀਆਂ ਨੇ। ਉਹ ਧੱਕਾ ਵੀ ਕਰਦੀ ਆ ਤੇ ਲੋਕਾਂ ਦੇ ਨਿੱਜੀ ਕੰਮਕਾਰ ਹੁੰਦੇ ਆ, ਜਿਹਦੇ ਕਰਕੇ ਉਹ ਜਿਹਦੀ ਸਰਕਾਰ ਹੁੰਦੀ ਉਹਦੇ ਮਗਰ ਹੀ ਬਹੁਤੀ ਵਾਰੀ ਜਾਂਦੇ ਆ। ਬਿਲਕੁਲ ਜੀ, ਪਿੱਛੇ ਜਿਹੇ ਚੋਣਾਂ ਦੇ ਵਿੱਚ ਦੇਖ ਹੀ ਰਿਹਾ ਕੀ ਹੁੰਦਾ ਸੀਗਾ। ਤੇ ਅੱਗੇ ਆਪਾਂ ਦਾਸ ਤੇ ਪਾਸ਼ ਦੀ ਜੇ ਗੱਲ ਕਰੀਏ ਤੇ ਦਾਸ ਅਜੇ ਵੀ ਤਿਆਰ ਨਹੀਂ ਪਾਸ਼ ਦੇ ਖਿਲਾਫ ਮੂੰਹ ਖੋਲਣ ਲਈ। ਭਾਜੀ ਬੇਸ਼ੱਕ ਜਿਹੜੇ ਇੱਕ ਪਰਿਵਾਰ ਦੇ ਵਿੱਚ ਦੋ ਸਿਆਸੀ ਰਾਹ ਜਿਹੜੇ ਹੋ ਗਏ ਹੋਣ, ਇਹ ਅਕਸਰ ਕਿਹਾ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਸਿਆਸੀ ਰੂਪ ਦੇ ਵਿੱਚ ਆਪਣੇ ਜਾਨਸ਼ੀਨ ਵਜੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹੀ ਤਿਆਰ ਕੀਤਾ ਸੀ, ਜਿਹੜੇ ਉਹਨਾਂ ਦੇ ਭਤੀਜੇ ਨੇ, ਗੁਰਦਾਸ ਸਿੰਘ ਬਾਦਲ ਦੇ ਉਹ ਬੇਟੇ ਨੇ। ਪਰ ਹਾਲਾਤ ਬਦਲੇ, ਸੁਖਬੀਰ ਸਿੰਘ ਬਾਦਲ ਹੋਰੀ ਅਚਾਨਕ ਜਿਹੜਾ ਜੀ ਇਸ ਪਾਸੇ ਵੱਲ ਆ ਗਏ ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਫਿਰ ਖੁੱਡੇ ਲਾਈਨ ਜਿਹੜਾ ਸੀ ਉਹ ਲਾ ਦਿੱਤਾ ਗਿਆ ਔਰ ਫਿਰ ਉਹ ਰਾਹ ਛੱਡ ਗਏ, ਪੀਰੀ ਬਣਾ ਲਈ ਉਹਨਾਂ ਨੇ। ਉਧਰੋਂ ਗੱਲ ਜਿਹੜੀ ਤਣਪਤ ਨਾ ਲੱਗੀ, ਫਿਰ ਉਹ ਕਾਂਗਰਸ ਦੇ ਵਿੱਚ ਚਲੇ ਗਏ ਔਰ ਕਾਂਗਰਸ ਦੀ ਤਰਫੋਂ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਤੇ ਉਸ ਅਹੁਦੇ ਦੇ ਉੱਤੇ ਮੁੜ ਕੇ ਪਹੁੰਚ ਗਏ ਜਿੱਥੋਂ ਅਕਾਲੀ ਦਲ ਬਾਦਲ ਨੇ ਉਹਨਾਂ ਨੂੰ ਹਟਾਇਆ ਸੀ। ਇਹ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹਨੂੰ ਸਿਆਸੀ ਰੂਪ ਦੇ ਵਿੱਚ ਨੁੱਕਰੇ ਲਾਉਂਦੇ ਰਹੇ ਆ ਪਿਛਲੇ ਸਮੇਂ 'ਚ, ਉਹ ਬੰਦਾ ਮੁੜ ਕੇ ਉੱਠ ਨਹੀਂ ਸਕਿਆ। ਇਹ ਤਾਂ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜਾ ਜੀ ਉਸ ਅਹੁਦੇ ਦੇ ਉੱਤੇ ਪਹੁੰਚ ਗਏ। ਉਹਨਾਂ ਦੀ ਸਿਆਸਤ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਹੈ, ਜਾਂ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਸਿੱਖ ਕੇ ਉਹਨਾਂ ਨੇ ਕੁਝ ਜਿਹੜੇ ਜੀ ਇਹ ਜ਼ੋਰ ਅਜ਼ਮਾਈ ਕੀਤੀ ਤੇ ਉੱਥੋਂ ਤੱਕ ਪਹੁੰਚ ਗਏ। ਜਿਹੜੇ ਗੁਰਦਾਸ ਸਿੰਘ ਬਾਦਲ ਹੋਰੀ ਨੇ ਅਜੇ ਵੀ ਉਹ ਬੇਅਦਬੀ ਵਾਲੇ ਮਾਮਲੇ ਦੇ ਉੱਤੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੇ ਮਾਮਲੇ ਦੇ ਉੱਤੇ ਕੁਝ ਵੀ ਬੋਲਣਾ ਨਹੀਂ ਚਾਹੁੰਦੇ। ਉਹ ਇਸ ਮਾਮਲੇ ਦੇ ਉੱਤੇ ਚੁੱਪ ਜਿਹੜਾ ਜੀ ਉਹ ਵੱਟੀ ਹੋਈ ਆ ਰਹੇ। ਕਿਹਾ ਜਾ ਰਿਹਾ ਜੀ ਕਿ 10 ਦਿਨਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਆਪਣੇ ਪਿੰਡ ਜਿਹੜਾ ਜੀ ਉਹ ਵਾਪਸ ਪਰਤ ਰਹੇ ਆ। ਪੰਜਾਬ ਦੇ ਲੋਕਾਂ ਨੇ
ਬਾਦਲ ਪਰਿਵਾਰ ਨੂੰ ਜਿਹੜਾ ਦੀ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਕੱਲ ਮਾਮਲਾ ਦਰਜ ਹੋਵੇ ਜਾਂ ਨਾ ਹੋਵੇ, ਉਹਦੇ ਉੱਤੇ ਕੋਈ ਕਾਰਵਾਈ ਹੋਵੇ ਜਾਂ ਨਾ ਹੋਵੇ, ਲੋਕਾਂ ਦੀਆਂ ਸੱਥਾਂ ਦੇ ਵਿੱਚ, ਲੋਕ ਸੱਥਾਂ ਦੇ ਵਿੱਚ ਇਹ ਜ਼ਰੂਰ ਆ ਜੀ, ਇੱਕ ਕਿਸਮ ਦੀ ਲੋਕਾਂ ਨੇ ਤਾਂ ਕਾਰਵਾਈ ਜਿਹੜੀ ਜੀ ਉਹ ਪਾ ਦਿੱਤੀ ਆ। ਜਿਹੜੇ ਗੁਰਦਾਸ ਸਿੰਘ ਬਾਦਲ ਨੇ ਉਹ ਇਸ ਮਾਮਲੇ ਦੇ ਉੱਤੇ ਬਹੁਤਾ ਨਹੀਂ ਬੋਲਦੇ। ਉਹ ਕਹਿੰਦੇ ਜੀ ਕਿ ਆਪਾਂ ਤਾਂ 90 ਸਾਲ ਦੇ ਹੁਣ ਹੋ ਗਏ ਆ ਤੇ ਨਾ ਮੈਂ ਸਿਆਸਤ ਦੇ ਵਿੱਚ ਜਿਹੜਾ ਜੀ ਜਾਣਾ ਤੇ ਨਾ ਮੇਰਾ ਕੋਈ ਇੰਟਰਸਟ ਜਿਹੜਾ ਜੀ ਉਹ ਹੈਗਾ ਇਸ ਮਸਲੇ ਦੇ ਉੱਤੇ, ਇਸ ਕਰਕੇ ਮੈਂ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਬੋਲਣਾ ਨਹੀਂ। ਔਰ ਇਹ ਕਿਹਾ ਜਾ ਰਿਹਾ ਜੀ ਕਿ ਦਾਸ ਤੇ ਪਾਸ਼ ਦੀ ਜਿਹੜੀ ਜੋੜੀ ਆ ਉਹ ਇਸ ਪੱਖੋਂ ਵੀ ਚਰਚਿਤ ਰਹੀ ਆ ਕਿ ਸਿਆਸੀ ਤੌਰ ਦੇ ਉੱਤੇ ਇਹਨਾਂ ਦੇ ਜਿੰਨੇ ਮਰਜ਼ੀ ਵੱਖਰੇਵੇਂ ਹੋਣ, ਇਹ ਇੱਕ ਦੂਜੇ ਦੇ ਖਿਲਾਫ ਕਦੀ ਜਿਹੜਾ ਜੀ ਬਹੁਤ ਪੋਤੜੇ ਖੋਲਣ ਵਾਲੇ ਪੱਧਰ ਦੇ ਉੱਤੇ ਨਹੀਂ ਜਾਂਦੇ। ਹਾਲਾਂਕਿ 2 ਸਮਿਆਂ ਦੇ ਉੱਤੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨੇ ਇਹ ਜਿਹੜੀ ਪ੍ਰਥਾ ਦਾਸ ਤੇ ਪਾਸ਼ ਵਾਲੀ ਸੀ ਉਹਨੂੰ ਤੋੜਿਆ। ਪਹਿਲਾਂ ਤਾਂ ਜਿਹੜੀ ਦਾਜ ਵਾਲੀ ਗੱਲ ਸੀਗੀ, ਕਾਰ ਦੇਣ ਵਾਲੀ, ਕਿਸ਼ਤਾਂ ਵਾਲੀ, ਉਹ ਹੋਵੇ, ਚਾਹੇ ਇਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਦੀ ਹੋ ਗਈ ਮੌਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਤੋਂ ਆਇਆ ਲੰਗਰ ਹੋਵੇ, ਤੇ ਚਾਹੇ ਹੁਣ ਇਸ ਵਾਰੀ ਵਿਧਾਨ ਸਭਾ ਦੇ ਵਿੱਚ 1978 ਦੇ ਨਿਰੰਕਾਰੀ ਕਾਂਡ ਦੀਆਂ ਪਰਤਾਂ ਖੋਲ੍ਹਣ ਵਾਲੀ ਜਿਹੜੀ ਜੀ ਉਹ ਗੱਲ ਹੋਵੇ। ਇਹ ਉਹ ਚੀਜ਼ਾਂ ਨੇ ਕੁਛ ਇੱਕ ਜਿਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਤੱਤੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਆਪਣੇ ਤਾਏ ਤੇ ਉਹਦੇ ਪਰਿਵਾਰ ਨੂੰ ਜਿਹੜਾ ਜੀ ਜ਼ਰੂਰ ਪਾਇਆ, ਜਿਹਦਾ ਜਵਾਬ ਉਹ ਅਜੇ ਤੱਕ ਦੇ ਨਹੀਂ ਸਕੇ ਕਿਸੇ ਵੀ ਪੱਖੋਂ, ਕਿਉਂਕਿ ਸ਼ਾਇਦ ਉਹਨਾਂ ਕੋਲ ਇਹ ਜਵਾਬ ਜਿਹੜਾ ਹੈ ਨਹੀਂ ਗਾ। ਪਰ ਜਿਹੜੇ ਬਜ਼ੁਰਗ ਨੇ ਦੋਨੋਂ, ਉਹ ਇਸ ਮਾਮਲੇ ਦੇ ਵਿੱਚ ਜਿਹੜੇ ਜੀ ਉਹ ਕਰੜੇ ਆ, ਕਿਉਂਕਿ ਪੰਜਾਬ ਦੀ ਸਿਆਸਤ ਜਾਂ ਭਾਰਤੀ ਸਿਆਸਤ ਦੇ ਬਾਰੇ ਇਹ ਕਿਹਾ ਜਾਵੇ, ਜੇ ਕੋਈ ਇਹ ਕਹੇ ਕਿ ਮੈਂ ਸਿਆਸਤ ਤੋਂ ਰਿਟਾਇਰ ਹੋ ਗਿਆ, ਇਹ ਤਾਂ ਹੋ ਹੀ ਨਹੀਂ ਸਕਦਾ ਜੀ, ਕਿਉਂਕਿ ਇੱਥੇ ਕੋਈ ਸਿਆਸਤ ਤੋਂ ਰਿਟਾਇਰ ਨਹੀਂ ਹੁੰਦਾ। ਇਹ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਕਹਿੰਦੇ ਸੀ। ਹੁਣ ਜਦੋਂ ਜ਼ਰੂਰਤ ਪਈ ਤੇ ਚੈਨਲਾਂ ਦੇ ਉੱਤੇ ਆ ਕੇ ਵੀ ਜਿਹੜਾ ਜੀ ਉਹ ਬੈਠ ਗਏ। ਤੇ ਦਾਸ ਹੋਰੀ ਇਹ ਗੱਲ ਕਹਿੰਦੇ ਆ ਕਿ ਉਹ ਤਾਂ ਹੁਣ ਰਿਟਾਇਰਮੈਂਟ ਵੱਲ ਨੂੰ ਨੇ, ਇਸ ਕਰਕੇ ਬਹੁਤਾ ਉਹਨਾਂ ਨੇ ਜਿਹੜਾ ਧਿਆਨ ਨਹੀਂ ਦੇਣਾ। ਇਉਂ ਲੱਗਦਾ ਹੈ ਕਿ ਇਹ ਟਾਲਣ ਵਾਲੀ ਜਿਹੜੀ ਜੀ ਉਹ ਗੱਲ ਹੈ। ਰਿਟਾਇਰਮੈਂਟ ਤਾਂ ਜਿਹੜੀ ਹੈ ਜੀ ਉਹ ਸੰਭਵ ਨਹੀਂ ਹੈ ਇੱਥੇ, ਕੋਈ ਸਿਆਸਤ ਤੋਂ ਰਿਟਾਇਰ ਹੋ ਜੇ। ਜੀ ਜੀ ਜੀ। ਤੇ ਅੱਗੇ ਪਟਿਆਲਾ ਜੇਲ੍ਹ ਦੇ ਵਿੱਚੋਂ ਇੱਕ ਵੀਡੀਓ ਬੜੀ ਵਾਇਰਲ ਹੋਈ ਆ, ਕੀ ਸੱਚ ਹੈ ਉਹਦੇ ਪਿੱਛੇ? ਜੀ ਇਹ ਜੇਲ੍ਹ ਦੇ ਅੰਦਰ ਜੋ ਕੁਛ ਜਿਹੜਾ ਜੀ ਚੱਲਦਾ ਹੈ, ਜਿਹੜੇ ਤਰੀਕੇ ਦੇ ਨਾਲ ਜਿਹੜੇ ਕੈਦੀ ਨੇ ਉਹਨਾਂ ਤੋਂ ਪੈਸੇ ਲਏ ਜਾਂਦੇ ਆ ਕੁੱਟਮਾਰ ਕਰਕੇ, ਕਿਸੇ ਕੈਦੀ ਨੇ ਅੰਦਰੋਂ ਜਿਹੜੀ ਜੀ ਉਹ ਵੀਡੀਓ ਬਣਾ ਲਈ, ਔਰ ਇਹ ਵੀਡੀਓ ਜਿਹੜੀ ਸੀ ਉਹਨੇ ਇੱਕ ਫੋਨ ਦੇ ਨਾਲ ਬਣਾਈ ਤੇ ਨਾਲ ਇਹ ਵੀ ਬੋਲਿਆ ਕੈਦੀ ਨੇ, 2 ਭਾਗਾਂ 'ਚ ਇਹ ਵੀਡੀਓ। ਉਹਨੇ ਇਹ ਗੱਲ ਜਿਹੜੀ ਇਹਦੀ ਬੋਲੀ ਕਿ ਇਹ ਜਿਹੜਾ ਵੀਡੀਓ ਮੈਂ ਜਿਹੜੇ ਫੋਨ ਦੇ ਨਾਲ ਬਣਾਈ ਆ ਉਹ 10,000 ਰੁਪਈਆ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਦੇ ਕੇ ਅੰਦਰ ਫੋਨ ਮੰਗਾਇਆ, ਉਹਦੇ ਨਾਲ ਇਹ ਵੀਡੀਓ ਜਿਹੜੀ ਉਹ ਬਣਾਈ ਆ। ਇਹਦੇ ਵਿੱਚ ਇੱਕ ਕੈਦੀ ਨੂੰ ਜਿਹੜਾ ਜੀ ਉਹ ਪਟੇ ਮਾਰੇ ਜਾ ਰਹੇ ਨੇ। ਉਸ ਬੰਦੇ ਨੇ ਇਹ ਵੀ ਜਿਹੜਾ ਜੀ ਦੋਸ਼ ਲਾਇਆ ਕਿ ਅੰਦਰ ਕੈਦੀਆਂ ਤੋਂ ਜਿਹੜੇ ਜੀ ਉਹ ਪੈਸੇ ਲੈਣ ਦੇ ਵਾਸਤੇ ਮੰਥਲੀ ਪੈਸੇ ਜਿਹੜੇ ਲਏ ਜਾਂਦੇ ਆ, ਉਹਦੇ ਵਾਸਤੇ ਇਹ ਕੁੱਟਮਾਰ ਜਿਹੜੇ ਜੇਲ੍ਹ ਸੁਪਰਡੈਂਟ ਹੈ ਰਾਜਨ ਕਪੂਰ ਉਹਨਾਂ ਦੇ ਵੱਲੋਂ ਕਰਵਾਈ ਜਾਂਦੀ ਹੈ। ਇਹ ਉਹਨੇ ਦੋਸ਼ ਜਿਹੜਾ ਜੀ ਉਹ ਲਾਏ ਆ। ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਹੈ ਜੀ ਇਹਦੀ ਜਾਂਚ ਜਿਹੜੇ ਜੇਲ੍ਹ ਮੰਤਰੀ ਨੇ ਉਹਨਾਂ ਨੇ ਪਟਿਆਲੇ ਦੇ ਮੌਜੂਦਾ SSP ਜਿਹੜੇ ਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਸੌਂਪੀ ਆ। ਇਹਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ, ਇਸ ਨਾਲ ਵਾਲੀਆਂ ਗੱਲਾਂ ਨੇ, ਪਰ ਇਹਨਾਂ ਜ਼ਰੂਰ ਆ ਕਿ ਬੜੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਹੋ ਗਏ, ਕਿਉਂਕਿ ਜਦੋਂ ਤੋਂ ਇਹ ਨਵੇਂ ਜੇਲ੍ਹ ਮੰਤਰੀ ਬਣੇ ਨੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜੇਲ੍ਹਾਂ ਦੇ ਉੱਤੇ ਕੰਟਰੋਲ ਪੂਰੇ ਤਰੀਕੇ ਨਾਲ ਹੋ ਗਿਆ, ਉੱਥੇ ਫੋਨ ਦੇ ਉੱਤੇ ਕੰਟਰੋਲ ਹੋ ਗਿਆ। ਜਦੋਂ ਕਿ ਵੀਡੀਓ ਬਣਾਉਣ ਵਾਲੇ ਕਹਿੰਦੇ ਅਸੀਂ ਤਾਂ ਬਾਹਰੋਂ ਮੰਗਵਾਇਆ ਫੋਨ, ਪ੍ਰਸ਼ਾਸਨ ਨੇ ਜਿਹੜਾ ਜੀ ਉਹ ਲਿਆ ਕੇ ਦਿੱਤਾ। ਇਸ ਤੋਂ ਇਲਾਵਾ ਕੁਝ ਹੋਰ ਗੰਭੀਰ ਟਾਈਪ ਦੇ ਜਿਹੜੇ ਦੋਸ਼ ਨੇ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਲੱਗ ਰਹੇ ਆ। ਵੇਖਣਾ ਇਹ ਹੋਊਗਾ ਜੀ ਕਿ ਜਾਂਚ ਜਿਹੜੀ ਆ ਉਹ ਠੰਡੇ ਬਸਤੇ 'ਚ ਪਾਈ ਜਾਂਦੀ ਆ ਜਾਂ ਫਿਰ ਇਸ ਮਾਮਲੇ ਦੇ ਉੱਤੇ ਕੁਛ ਨਾ ਕੁਛ ਖੁਲਾਸੇ ਜਿਹੜੇ ਆ ਜੀ ਉਹ ਹੁੰਦੇ ਆ। ਬਿਲਕੁਲ ਜੀ, ਜੇ ਕਸੂਰ ਉਹਨਾਂ ਦਾ ਹੋਇਆ ਤਾਂ ਫਿਰ ਤਾਂ ਠੰਡੇ 'ਚ ਹੀ ਪਾਊਗੀ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਅਵਤਾਰ ਸਿੰਘ ਮੱਕੜ ਦੀ, ਕਾਫੀ ਚਰਚਾ ਦੇ ਵਿੱਚ ਨੇ। ਜਦੋਂ ਤੇ ਉਹ ਬਾਦਲਾਂ ਵੱਲ ਹੁੰਦੇ ਤਾਂ ਉਹਨਾਂ ਦੇ ਗੁਣ ਗਾਉਂਦੇ ਆ, ਹੁਣ ਉਹਨਾਂ ਨੇ ਵੀ ਹੋਰ ਵੀ ਕਈ ਭੇਤ ਖੋਲ੍ਹੇ ਆ। ਪਿਛਲੇ ਦਿਨਾਂ ਤੋਂ ਐਕਚੁਅਲੀ ਜਿਉਂ ਸ਼ੁਰੂ ਹੋਏ ਲਗਾਤਾਰ ਜਿਹੜਾ ਜੀ ਅਵਤਾਰ ਸਿੰਘ ਮੱਕੜ ਹੋਰੀ ਜਾਰੀ ਨੇ। ਅਵਤਾਰ ਸਿੰਘ ਮੱਕੜ ਹੋਰੀ ਗੁਰਚਰਨ ਸਿੰਘ ਸੌੜਾ ਹੋਰਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵਜੋਂ ਜਿਹੜਾ ਜੀ ਉਹ ਲੌਂਗ ਟਰਮ ਜਿਹੜੀ ਹੈ ਜੀ ਲੰਬੀ ਜਿਹੜੀ ਹੈ ਉਹਨਾਂ ਦੀ ਟਰਮ ਉਹਦੇ ਵਾਸਤੇ ਸੈਕਿੰਡ ਨੇ। ਹਾਲਾਂਕਿ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਨਾਲ ਇਸ ਕਰਕੇ ਉਹਨਾਂ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਿ ਗੁਰਚਰਨ ਸਿੰਘ ਟੌੜਾ ਹੋਰਾਂ ਦਾ ਇੱਕ ਆਪਣਾ ਜਿਹੜਾ ਜੀ ਉਹ ਗਲਬਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਉਹ ਕਿਸੇ ਦੇ ਲਿਫਾਫੇ ਦੇ ਵਿੱਚੋਂ ਨਿਕਲੇ ਹੋਏ ਨੇਤਾ ਨਹੀਂ ਸਨ ਕਿ ਉਹਨਾਂ ਨੂੰ ਕਿਸੇ ਨੇ ਜਿਹੜਾ ਜੀ ਉਹ ਬਣਾਇਆ। ਉਹ ਡਾਇਰੈਕਟ ਕੰਟੈਕਟ ਦੇ ਵਿੱਚ ਰਹਿੰਦੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ। ਜਦੋਂ ਕਿ
ਬਾਦਲ ਪਰਿਵਾਰ ਨੇ ਜਿਹੜਾ ਸੀਗਾ ਜੀ ਉਹ ਜਿਹੜੇ ਅਵਤਾਰ ਸਿੰਘ ਮੱਕੜ ਹੋਰੀ ਨੇ ਇਹਨਾਂ ਨੂੰ ਬਾਰ-ਬਾਰ ਜਿਹੜਾ ਜੀ ਬਣਾਇਆ, ਕਿਉਂਕਿ ਇਹ ਕਿਹਾ ਜਾਂਦਾ ਸੀਗਾ ਕਿ ਉਹ ਰਬੜ ਸਟੈਂਪ ਨੇ। ਹੁਣ ਜਦੋਂ ਆਹ ਸਾਰੀ ਜਿਹੜੀ ਕਹਾਣੀ ਚੱਲੀ ਆ, ਅਵਤਾਰ ਸਿੰਘ ਮੱਕੜ ਹੋਰਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਖਟਾਸ ਤਾਂ ਹੈਗੀ ਹੈ ਨਾ, ਕਿ ਉਹਨਾਂ ਨੂੰ ਲਾਇਆ ਗਿਆ ਅਹੁਦੇ ਤੋਂ, ਉਸ ਕਰਕੇ ਉਹ ਜਿਹੜਾ ਜੀ ਉਹ ਲਗਾਤਾਰ ਇਹਦੇ ਕੁਝ ਖੁਲਾਸੇ ਜਿਹੜੇ ਆ ਜੀ ਉਹ ਕਰ ਰਹੇ ਆ। ਹੁਣ ਉਹਨਾਂ ਨੇ ਫਿਰ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਜੀ ਇਹ ਗੱਲ ਕਹੀ ਆ ਕਿ ਡੇਰਾ ਸੱਚਾ ਸੌਦਾ ਨੂੰ ਦਿੱਤੀ ਜਾਣ ਵਾਲੀ ਜਿਹੜੀ ਮੁਆਫੀ ਸੀ, ਇਸ ਮਾਮਲੇ ਦੇ ਵਿੱਚ ਲੀਡਰਸ਼ਿਪ ਤੋਂ ਕੁਝ ਨਹੀਂ ਪੁੱਛਿਆ ਗਿਆ। ਉਹ ਕਹਿੰਦੇ ਆ ਕਿ 24 ਸਤੰਬਰ 15 ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਸੀ ਜਥੇਦਾਰ ਸੱਦੇ ਗਏ। ਉਹ ਕਹਿੰਦੇ ਜੀ ਮੇਰੇ ਕੋਲ ਵੀ ਪੁੱਛਿਆ ਗਿਆ, ਮੈਂ ਇਹ ਗੱਲ ਕਹੀ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਤੋਂ ਇਹਦੇ ਸੰਬੰਧੀ ਰਾਏ ਲਓ। ਕਹਿੰਦੇ ਇਹ ਕਿਹਾ ਗਿਆ ਕਿ ਕੋਈ ਗੱਲ ਨਹੀਂ, 4 ਵਜੇ ਸ਼ਾਮ ਨੂੰ ਮੀਟਿੰਗ ਜਿਹੜੀ ਆ ਜੀ ਉਹ ਸੱਦਦੇ ਆ, ਉਹਦੇ 'ਚ ਆਪਣੀ ਰਾਏ ਦੇ ਦਿਓ। ਉਹ ਕਹਿੰਦੇ 4 ਵਜੇ ਤੋਂ ਪਹਿਲਾਂ ਜਿਹੜਾ ਸੀਗਾ ਜੀ ਉਹ ਹੁਕਮਨਾਮਾ ਜਾਰੀ ਜਿਹੜਾ ਸੀ ਉਹ ਕਰ ਦਿੱਤਾ ਗਿਆ। ਔਰ ਇਹ ਜਦੋਂ ਇਹ ਪੁੱਛਿਆ ਗਿਆ ਜੀ ਕਿ ਜਿਹੜੀ ਇਹਦੀ ਸਰਸੇ ਵਾਲੇ ਦੀ ਫਿਲਮ ਸੀਗੀ, ਕਿ ਉਹਨੂੰ ਜਿਹੜਾ ਸੀਗਾ ਰਿਲੀਜ਼ ਕਰਾਉਣ ਦੇ ਵਾਸਤੇ ਇਹ ਸਾਰੀ ਕਾਹਲੀ ਜਿਹੜੀ ਸੀਗੀ ਉਹ ਕੀਤੀ ਗਈ ਉਹਨੂੰ ਮਾਫੀ ਦਿਵਾਉਣ ਦੇ ਵਾਸਤੇ, ਕਿਉਂਕਿ ਉਹਦੇ ਲਈ ਜਿਵੇਂ ਸੰਭਾਵੀ ਰੂਪ 'ਚ ਕਿਹਾ ਜਾ ਰਿਹਾ ਕਿ 100 ਕਰੋੜ ਰੁਪਏ ਦਾ ਸੌਦਾ ਜਿਹੜਾ ਹੋਇਆ ਸੀਗਾ। ਇਹਦੇ ਬਾਰੇ ਅਵਤਾਰ ਸਿੰਘ ਮੱਕੜ ਹੋਰੀ ਜਿਹੜੇ ਕਹਿੰਦੇ ਆ ਕਿ ਨਹੀਂ, ਇਹਦੇ ਬਾਰੇ ਜਵਾਬ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਦੇ ਸਕਦੇ ਆ ਕਿ ਸੌਦਾ ਜਿਹੜਾ ਜੀ ਉਹ ਕੀ ਹੋਇਆ ਸੀਗਾ। ਅੱਛਾ, ਜਿਹੜੇ 96 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਦਿੱਤੇ ਗਏ ਉਹ ਕਿਉਂਕਿ ਅਵਤਾਰ ਸਿੰਘ ਮੱਕੜ ਹੋਰਾਂ ਦੇ ਟਾਈਮ ਜਿਹੜੇ ਜੀ ਉਹ ਦਿੱਤੇ ਗਏ ਸੀ। ਇਹਦੇ ਬਾਰੇ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਹੋਇਆ ਸੀਗਾ ਹੁਕਮਨਾਮਾ ਜਾਰੀ ਹੋਇਆ ਸੀਗਾ, ਇਹਦੇ ਬਾਰੇ ਦੇ ਵਿੱਚ ਤਾਂ ਸਾਡੇ ਤੋਂ ਪੁੱਛਿਆ ਨਹੀਂ ਜਿਹੜਾ ਜੀ ਉਹ ਗਿਆ ਕਿ ਕਦੋਂ ਜਿਹੜਾ ਜੀ ਕਰਨਾ। ਇਸ਼ਤਿਹਾਰਾਂ ਦੇ ਬਾਰੇ ਦੇ ਵਿੱਚ ਉਹ ਇਹ ਕਹਿੰਦੇ ਆ ਕਿ ਜਿਹੜਾ ਮੈਨੂੰ ਕੌਨਫੀਡੈਂਸ ਦੇ ਵਿੱਚ ਜਿਹੜਾ ਸੀਗਾ ਜੀ ਉਹ ਨਹੀਂ ਲਿਆ ਗਿਆ ਇਸ਼ਤਿਹਾਰ ਜਿਹੜਾ ਸੀ ਉਹ ਜਾਰੀ ਕਰਨ ਦੇ ਵਾਸਤੇ। ਹੁਣ ਸਵਾਲ ਜਿਹੜਾ ਵੱਡਾ ਇਹ ਖੜਾ ਹੋ ਜਾਂਦਾ ਹੈ ਕਿ ਇਹ ਪੁੱਛਿਆ ਹੀ ਨਹੀਂ ਗਿਆ। ਇਹਦਾ ਮਤਲਬ ਜਿਹੜੀ ਗੱਲ ਪ੍ਰਚਾਰੀ ਜਾਂਦੀ ਸੀ ਕਿ ਉਹ ਰਬੜ ਸਟੈਂਪ ਸੀਗੇ, ਉਹ ਰਿਐਲਿਟੀ ਸੀਗੀ। 96 ਲੱਖ ਰੁਪਈਆ ਕੋਈ ਛੋਟਾ ਮੋਟਾ ਅਮਾਊਂਟ ਨਹੀਂ ਗਾ। ਇਹ ਜਿਹੜੇ ਸੰਗਤ ਦੇ ਵੱਲੋਂ ਚੜਾਏ ਗਏ ਜਿਹੜੇ ਪੈਸੇ ਆ ਉਹਦਾ ਇਹ ਹਿਸਾਬ ਕਿਤਾਬ ਸੀਗਾ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹ ਇਸ਼ਤਿਹਾਰ ਜਿਹੜੇ ਸੀ ਅਖਬਾਰਾਂ ਦੇ ਵਿੱਚ ਇਹ ਜਸਟੀਫਾਈ ਕਰਨ ਨੂੰ ਦੇ ਦਿੱਤੇ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਹ ਬਿਲਕੁਲ ਸਹੀ ਸੀਗਾ। ਹੁਣ ਜੇ ਬੇਸ਼ੱਕ ਅਵਤਾਰ ਸਿੰਘ ਮੱਕੜ ਹੋਰੀ ਕੁਛ ਵੀ ਇਸ ਮਸਲੇ ਦੇ ਉੱਤੇ ਜਿਹੜਾ ਵੀ ਉਹ ਕਹੀ ਜਾਣ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਲੋਕ ਮੰਨਣ ਦੇ ਵਾਸਤੇ ਇਸ ਕਰਕੇ ਜਿਹੜਾ ਤਿਆਰ ਨਹੀਂ ਗਏ ਕਿ ਇੱਕ ਤਾਂ ਇੰਨੀ ਦੇਰ ਤੋਂ ਬਾਅਦ ਹੁਣ ਜਿਹੜਾ ਜੀ ਇਹ ਬੋਲਣ ਲੱਗੇ। ਜਦੋਂ ਸਮਾਂ ਸੀਗਾ ਉਦੋਂ ਉਹ ਕਿਉਂ ਨਾ ਬੋਲੇ। ਇਹਦਾ ਮਤਲਬ ਇਹ ਕਿ ਉਹ ਆਪਣੇ ਅਹੁਦੇ ਦੇ ਨਾਲ ਜਿਹੜਾ ਜੀ ਉਹ ਚਿਪਕੇ ਰਹਿਣਾ ਚਾਹੁੰਦੇ ਸੀ ਕਿ ਉਹਨਾਂ ਦੀ ਪ੍ਰਧਾਨਗੀ ਜਿਹੜੀ ਆ ਉਹ ਨਾ ਜਾਵੇ, ਜਿਹਦੇ ਕਰਕੇ ਉਹ ਚੁੱਪ ਰਹੇ। ਔਰ ਹੁਣ ਉਹ ਇਹ ਬੋਲ ਰਹੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹਵਾਵਾਂ ਜਿਹੜੀਆਂ ਜੀ ਉਹ ਉਲਟ ਚੱਲ ਰਹੀਆਂ ਨੇ। ਉਧਰ ਇੰਨਾ ਪਤਾ ਲੱਗਾ ਹੈ ਕਿ ਜਿਹੜੇ ਛੋਟੇ ਢੀਂਸਾ ਨੇ ਉਹਨਾਂ ਨੇ ਵੀ ਕੱਲ ਇੱਥੇ ਸੰਗਰੂਰ ਦੇ ਵਿੱਚ ਬਿਆਨ ਜਿਹੜਾ ਜੀ ਦਿੱਤਾ ਹੈ ਕਿ ਜਿਹੜਾ ਬਾਈਕਾਟ ਕਰਨਾ ਸੀਗਾ ਵਿਧਾਨ ਸਭਾ ਦੇ ਵਿੱਚੋਂ ਉਹ ਸਹੀ ਨਹੀਂ ਸੀਗਾ। ਮਤਲਬ ਕਿ ਹਵਾ ਜਿਹੜੀ ਹੈ ਜੀ ਉਹ ਹੋਰ ਪਾਸੇ ਵੱਲ ਨੂੰ ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰਾ ਜਿਹੜਾ ਜੀ ਉਹ ਸ਼ਾਇਦ ਚੱਲਣ ਲੱਗੇ। ਬਿਲਕੁਲ ਜੀ, ਧੂੰਆਂ ਧੁੱਖ ਰਿਹਾ ਸੀਗਾ, ਉਹ ਹੌਲੀ ਹੌਲੀ ਬਾਹਰ ਨੂੰ ਆ ਰਹੀਆਂ ਗੱਲਾਂ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਕਰਦੇ ਨੇ ਖਬਰਾਂ ਤੇ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।